जी, की हाल है जी? मैं रमन ਸਕੋਪ ਅਕੈਡਮੀ ਗੁਰਦਾਸਪੁਰ। ਅੱਜ ਅਸੀਂ ਕਲਾਸ 12th ਫਿਜ਼ਿਕਸ ਦਾ ਨੈਕਸਟ ਯੂਨਿਟ ਸ਼ੁਰੂ ਕਰਨ ਜਾ ਰਹੇ ਹਾਂ ਔਰ ਯੂਨਿਟ ਦਾ ਨਾਮ ਹੈ ਕਰੰਟ ਇਲੈਕਟ੍ਰਿਸਿਟੀ। ਕਾਫੀ ਸਾਰਾ ਸਫ਼ਰ ਤੈਅ ਕਰ ਚੁੱਕੇ ਹਾਂ ਫਿਜ਼ਿਕਸ ਦਾ ਅਸੀਂ ਇਲੈਕਟ੍ਰਿਸਿਟੀ ਦੇ ਡਿਪਾਰਟਮੈਂਟ 'ਚ। ਯੂਨਿਟ ਨੰਬਰ ਪਹਿਲਾ ਜੋ ਕਿ ਕਾਫੀ ਵੱਡਾ ਯੂਨਿਟ ਸੀ। ਅਗਰ ਤੁਸੀਂ CBSE ਬੋਰਡ ਦੇ ਸਿਲੇਬਸ ਨੂੰ ਦੇਖੋ ਤੇ ਅਸੀਂ 2 ਯੂਨਿਟ ਕੰਪਲੀਟ ਕਰ ਲਏ ਨੇ, ਪਰ ਕਿਉਂਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਪਹਿਲੇ ਯੂਨਿਟ ਦੇ ਵਿੱਚ ਹੀ ਇਲੈਕਟ੍ਰੋਸਟੈਟਿਕ ਹੈ ਔਰ ਉਸੇ ਯੂਨਿਟ ਵਿੱਚ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਔਰ ਕਪੈਸਿਟੈਂਸ ਹੈ। ਸੋ CBSE ਦਾ 2 ਯੂਨਿਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਇੱਕੋ ਹੀ ਯੂਨਿਟ ਹੈ ਜੋ ਕਿ ਬਹੁਤ ਵੱਡਾ ਸੀ। ਮੈਂ ਕਾਫੀ ਕੋਸ਼ਿਸ਼ ਕੀਤੀ ਉਹਨੂੰ ਡੈਪਥ 'ਚ ਕਰਵਾਉਣ ਦੀ ਔਰ ਕਾਫੀ ਸਾਰੇ ਸਟੂਡੈਂਟਸ ਦਾ ਪੋਜ਼ਿਟਿਵ ਰਿਸਪੌਂਸ ਵੀ ਆਇਆ ਔਰ ਕਾਫੀ ਦੇਰ ਤੋਂ ਅਸੀਂ ਯੂਨਿਟ 1 ਕਰਨ ਤੋਂ ਬਾਅਦ ਇਸ ਰਿਸਪੌਂਸ ਦੀ ਹੀ ਵੇਟ ਕਰਦੇ ਪਏ ਸੀ, ਜਿਹਦੇ ਕਰਕੇ ਆਪਾਂ ਯੂਨਿਟ ਨੰਬਰ 2 ਨੂੰ ਥੋੜਾ ਜਿਹਾ ਟਾਈਮ ਲਗਾਇਆ। ਸੋ ਅੱਜ ਅਸੀਂ ਯੂਨਿਟ ਨੰਬਰ 2 ਕਰੰਟ ਇਲੈਕਟ੍ਰਿਸਿਟੀ ਸਟਾਰਟ ਕਰਨ ਜਾ ਰਹੇ ਹਾਂ। ਕਰੰਟ ਇਲੈਕਟ੍ਰਿਸਿਟੀ ਦੇਖੋ, ਇਲੈਕਟ੍ਰਿਸਿਟੀ ਜੋ ਕਿ ਤੁਸੀਂ 10th ਕਲਾਸ ਵਿੱਚ ਵੀ ਪੜ੍ਹ ਚੁੱਕੇ ਹੋ, ਇਹ ਆਲਮੋਸਟ ਉਹੀ ਚੈਪਟਰ ਹੈ, ਸਭ ਕੁਝ ਉਹੀ ਹੈ। ਇਸ ਯੂਨਿਟ ਵਿੱਚ ਕਾਫੀ ਜ਼ਿਆਦਾ ਸਿੰਪਲੀਫਿਕੇਸ਼ਨ ਹੈ ਕਿਉਂਕਿ 10th 'ਚ ਪੜ੍ਹਿਆ, ਸਾਰੇ ਟੌਪਿਕ ਉਹੀ ਆਉਣੇ ਆ। ਕੁਝ ਐਕਸਟੈਂਡਡ ਟੌਪਿਕਸ ਨੇ, ਇਹਦੇ ਵਿੱਚ ਤੁਸੀਂ ਖਾਸ ਕਰਕੇ ਰੈਜ਼ਿਸਟੈਂਸ ਬਾਰੇ ਪੜ੍ਹੋਗੇ, ਇਲੈਕਟ੍ਰਿਕ ਕਰੰਟ ਬਾਰੇ ਪੜ੍ਹੋਗੇ, ਓਹਮਸ ਲਾ, ਕਾਫੀ ਇਸ ਤਰ੍ਹਾਂ ਦੇ ਟੌਪਿਕ ਹੈ। ਔਰ ਕਰੰਟ ਨਾਲ ਜੁੜੀਆਂ ਹੋਈਆਂ ਇਹੋ ਜਿਹੀਆਂ ਡਿਵਾਈਸਿਸ ਜੋ ਕਿ ਕਰੰਟ ਨੂੰ ਡਿਟੈਕਟ ਕਰਦੀਆਂ ਨੇ, ਐਨਾਲਾਈਜ਼ ਕਰਦੀਆਂ ਨੇ, ਇਹਦੀ ਗੱਲ ਹੋਣੀ ਹੈ। ਕਿਉਂ ਜੀ? ਟਿਪੀਕਲ ਕੁਛ ਨਹੀਂ ਹੈ, ਸਮਾਂ ਲੱਗਦਾ। ਔਰ ਮੈਂ ਜਿੱਦਾਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਯੂਨਿਟ ਦੀ ਸ਼ੁਰੂਆਤ ਹੈ ਤੇ ਆਪਾਂ ਯੂਨਿਟ ਦੀ ਸ਼ੁਰੂਆਤ ਨੂੰ ਜਿਹੜਾ ਬੜੇ ਕਲੈਰੀਫਾਈਡ ਤਰੀਕੇ ਨਾਲ ਕਰਨਾ। ਬੋਰਡ ਐਗਜ਼ਾਮ ਦੇ ਹਿਸਾਬ ਨਾਲ ਵੀ ਇਹਦੇ ਚੋਂ ਕਾਫੀ ਪੇਪਰ ਆਉਂਦਾ। ਅਗਰ ਤੁਸੀਂ ਕੱਲ ਨੂੰ ਕੋਈ ਕੰਪੀਟੀਸ਼ਨ ਐਗਜ਼ਾਮ ਦੀ ਗੱਲ ਕਰਦੇ ਹੋ ਤੇ ਉਹਦੇ ਵਿੱਚ ਵੀ ਇਹ ਕਾਫੀ ਕੁਝ ਹੈਗਾ ਕਿਉਂਕਿ 10th ਦੀ ਕੰਸਿਸਟੈਂਸੀ ਹੋਣ ਕਰਕੇ ਇਹਦੇ ਚੋਂ ਕਾਫੀ ਇਹੋ ਜਿਹਾ ਮਟੀਰੀਅਲ ਆ ਜਾਂਦਾ। ਹੁਣ ਵਾਰੀ ਆਉਂਦੀ ਹੈ ਸਾਡੇ ਕੋਲ ਅੱਜ ਦੇ ਟੌਪਿਕ ਦੀ, ਜਿਹਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਪੂਰੀ ਖੁਸ਼ੀ, ਪੂਰੇ ਕਰੇਜ਼ ਦੇ ਨਾਲ ਮੇਰਾ ਸਾਥ ਦੇਣਾ, ਆਪਣੇ ਇਸ ਚੈਪਟਰ ਦਾ ਸਾਥ ਦੇਣਾ, ਤਾਂ ਜੋ ਕਿ ਆਪਾਂ ਅੱਗੇ ਤੋਂ ਵੀ ਵਧੀਆ ਕਰ ਸਕੀਏ। ਲਓ ਜੀ, ਇਹ ਯੂਨਿਟ ਇਲੈਕਟ੍ਰਿਕ ਕਰੰਟ ਦੇ ਬਾਰੇ ਆ। ਅਸੀਂ ਅਗਰ ਇਲੈਕਟ੍ਰਿਸਿਟੀ ਦੀ ਗੱਲ ਕਰੀਏ, ਇਲੈਕਟ੍ਰਿਸਿਟੀ ਜਾਂ ਚਾਰजेस ਦੀ ਗੱਲ ਕਰੀਏ ਤੇ ਚਾਰजेस ਦੀਆਂ 2 ਬ੍ਰਾਂਚਾਂ ਸੀ। ਇੱਕ ਇਲੈਕਟ੍ਰੋਸਟੈਟਿਕ, ਜਿਹਦੇ ਵਿੱਚ ਚਾਰਜ ਬਾਰੇ ਅਸੀਂ ਪੜ੍ਹਿਆ, ਪਰ ਉਸ ਵੇਲੇ ਚਾਰਜ ਸਾਡਾ ਕਾਹਦੇ 'ਚ ਸੀ? ਰੈਸਟ ਵਿੱਚ ਸੀ। ਸਟੱਡੀ ਆਫ ਚਾਰਜ when it is in rest, it is called electrostatic। ਔਰ ਜਦੋਂ ਆਪਾਂ ਇਲੈਕਟ੍ਰਿਕ ਕਰੰਟ ਦੀ ਗੱਲ ਕਰਦੇ ਹਾਂ, ਹੈ ਇਹ ਵੀ ਚਾਰਜ ਦੀ ਸਟੱਡੀ ਹੈ, ਬਟ ਜਦੋਂ ਚਾਰਜ ਸਾਡਾ ਮੋਸ਼ਨ 'ਚ ਹੈ। ਕਿਹੜੇ ਮੋਸ਼ਨ 'ਚ? ਕੌਨਸਟੈਂਟ ਮੋਸ਼ਨ 'ਚ, ਲਗਾਤਾਰ ਮੂਵ ਕਰਦਾ ਪਿਆ ਔਰ ਕੌਨਸਟੈਂਟ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ, ਆਪਾਂ ਉਸ ਵੇਲੇ ਇਲੈਕਟ੍ਰਿਸਿਟੀ ਪੜ੍ਹਦੇ ਪਏ। ਇਲੈਕਟ੍ਰਿਸਿਟੀ ਬਾਰੇ ਕਿਉਂ ਪੜ੍ਹਾਇਆ ਜਾ ਰਿਹਾ, ਉਹਦੇ ਪਿੱਛੇ ਇੱਕ ਮੇਜਰ ਕਾਰਨ ਹੈ ਕਿ ਸਾਡੀ ਲਾਈਫ ਦਾ ਬਹੁਤ ਵੱਡਾ ਹਿੱਸਾ ਇਲੈਕਟ੍ਰਿਸਿਟੀ ਹੈ। ਹਰ ਇੱਕ ਜਗ੍ਹਾ ਤੇ, ਹਰ ਇੱਕ ਚੀਜ਼ ਨੂੰ ਇਲੈਕਟ੍ਰਿਸਿਟੀ ਤੋਂ ਬਿਨਾਂ ਸੋਚਿਆ ਨਹੀਂ ਜਾ ਸਕਦਾ। ਤੁਹਾਡੇ ਆਲੇ ਦੁਆਲੇ ਕਿੰਨੇ ਹੀ ਇਲੈਕਟ੍ਰੀਕਲ ਅਪਲਾਈਐਂਸਸ ਨੇ, ਬਹੁਤ ਸਾਰੇ ਇਹੋ ਜਿਹੇ ਗੈਜਟਸ ਨੇ, ਬਿਨਾਂ ਇਲੈਕਟ੍ਰਿਸਿਟੀ ਦਾ ਉਹਨਾਂ ਦਾ ਕੋਈ ਮੁੱਲ ਨਹੀਂ। ਤੁਹਾਡਾ ਮੋਬਾਈਲ ਹੀ
जो कि लाइफ का एक बहुत बड़ा हिस्सा है ਤੁਹਾਡੇ ਵਾਸਤੇ, ਉਹ ਵੀ ਤੇ ਇਲੈਕਟ੍ਰਿਸਿਟੀ ਦੇ ਨਾਲ ਹੀ ਚਾਰਜ ਹੁੰਦਾ। ਫੈਨ ਇਹਨਾਂ ਗਰਮੀਆਂ 'ਚ, ਏਸੀ ਇਹਨਾਂ ਗਰਮੀਆਂ 'ਚ, ਫ੍ਰਿਜ ਇਹਨਾਂ ਗਰਮੀਆਂ 'ਚ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ। ਉਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਤੁਹਾਡੇ ਕੋਲ ਉਹੋ ਜਿਹੀਆਂ ਚੀਜ਼ਾਂ ਜੋ ਕਿ ਹੀਟਿੰਗ ਡਿਵਾਈਸਿਸ ਕਹਾਉਂਦੀਆਂ ਨੇ, ਉਹ ਕਿੰਨੀਆਂ ਇੰਪੋਰਟੈਂਟ ਨੇ। ਸੋ ਆਲ ਅਬਾਊਟ ਸਾਰਾ ਕੁਝ ਇਲੈਕਟ੍ਰਿਸਿਟੀ। ਇਸ ਕਰਕੇ ਆਪਾਂ ਇਲੈਕਟ੍ਰਿਸਿਟੀ ਦੀ ਰੂਹ ਤੱਕ ਪੜਨ ਜਾਵਾਂਗੇ, ਵਿਦ ਥੀਮ ਪੜਾਂਗੇ, ਵਿਦ ਫੀਲ ਪੜਾਂਗੇ ਇਲੈਕਟ੍ਰਿਕ ਕਰੰਟ। ਸੋ ਮੈਂ ਤੁਹਾਨੂੰ ਦੱਸਿਆ ਕਿ ਇਲੈਕਟ੍ਰੋਸਟੈਟਿਕ ਜੋ ਕਿ ਅਸੀਂ ਯੂਨਿਟ ਨੰਬਰ ਪਹਿਲੇ ਵਿੱਚ ਕੰਪਲੀਟ ਕਰ ਚੁੱਕੇ ਹਾਂ, ਉਹਦੇ ਵਿੱਚ ਆਪਾਂ ਚਾਰਜ ਨੂੰ ਰੈਸਟ ਅਵਸਥਾ ਦੇ ਵਿੱਚ ਪੜਿਆ ਸੀ। ਵੈਨ ਚਾਰਜ ਇਜ਼ ਐਟ ਰੈਸਟ, ਜਦੋਂ ਚਾਰਜ ਮੂਵ ਕਰਨਾ ਸ਼ੁਰੂ ਕਰਦਾ ਔਰ ਉਹਦੀ ਸਟੱਡੀ ਕਰਦੇ ਹਾਂ। The study of charge when it is in motion, it is called current electricity। ਜਦੋਂ ਮੋਸ਼ਨ ਕਾਂਸਟੈਂਟ ਹੋਏ, ਇਹ ਵੀ ਧਿਆਨ ਰੱਖਣਾ, ਜਦੋਂ ਮੋਸ਼ਨ ਕਾਂਸਟੈਂਟ ਹੋਏ। ਇੱਕ ਚੀਜ਼ ਹੋਰ ਦੱਸ ਦੇਣਾ ਤੁਹਾਨੂੰ, ਅਗਰ ਮੋਸ਼ਨ ਕਾਂਸਟੈਂਟ ਨਾ ਹੋਏ, ਯਾਨੀ ਕਿ ਵੈਲੋਸਿਟੀ ਵੱਧ ਰਹੀ ਹੈ ਜਾਂ ਘਟੇ ਕਰਦੀ ਆ, ਫਿਰ ਤੁਹਾਡਾ ਇਲੈਕਟ੍ਰਿਕ ਕਰੰਟ ਇੱਕ ਹੋਰ ਚੀਜ਼ ਦਾ ਪ੍ਰੋਡਿਊਸਰ ਬਣ ਜਾਂਦਾ, ਔਰ ਉਹ ਪ੍ਰੋਡਿਊਸਰ ਹੁੰਦਾ ਮੈਗਨੈਟਿਕ ਫੀਲਡ ਦਾ, ਜਿਹਦੇ 'ਚ ਅਸੀਂ ਕਨਸੈਪਟ ਪੜ੍ਹਨਾ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦਾ। ਇਹ ਤੁਹਾਡਾ ਯੂਨਿਟ ਨੰਬਰ 3 ਹੋਏਗਾ। ਸੋ ਸਾਰਾ ਕੁਝ ਮੈਂ ਜਿੱਦਾਂ ਪਹਿਲਾਂ ਵੀ ਕਹਿ ਚੁੱਕਿਆ ਕਿ ਜਿਸ ਤਰ੍ਹਾਂ ਇੱਕ ਮਾਲਾ ਬਣਾਉਣ ਦੇ ਲਈ ਉਹਦੇ 'ਚ ਇੱਕ ਪਾਰਟਿਕੂਲਰ ਡਿਜ਼ਾਈਨ ਕਰਨ ਵਾਸਤੇ ਇੱਕ ਪਾਰਟਿਕੂਲਰ ਪੈਟਰਨ ਨੂੰ ਫੋਲੋ ਕੀਤਾ ਜਾਂਦਾ। ਰੈੱਡ ਮੋਤੀ ਤੋਂ ਬਾਅਦ ਯੈਲੋ, ਯੈਲੋ ਤੋਂ ਬਾਅਦ ਅਗੇਨ ਰੈੱਡ, ਇਸ ਤਰ੍ਹਾਂ ਦਾ ਕੁਝ। ਉਸੇ ਤਰ੍ਹਾਂ ਹੀ ਤੁਹਾਡੇ ਫਿਜ਼ਿਕਸ ਦੀ ਇਸ ਯੂਨਿਟ ਦੀਆਂ ਸ਼੍ਰੰਖਲਾਵਾਂ ਦੇ ਵਿੱਚ, ਇਹਨਾਂ ਸੀਰੀਜ਼ ਦੇ ਵਿੱਚ ਇਸ ਚੀਜ਼ ਨੂੰ ਧਿਆਨ ਨਾਲ ਰੱਖਿਆ ਗਿਆ ਕਿ ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਚਾਰਜ ਨੂੰ ਖਲੋਤੀ ਅਵਸਥਾ ਦੇ ਵਿੱਚ ਪੜ੍ਹ ਚੁੱਕੇ ਹਾਂ। ਇਲੈਕਟ੍ਰਿਕ ਕਰੰਟ ਸ਼ੁਰੂ ਕੀਤਾ ਜਿਹਦੇ ਵਿੱਚ ਚਾਰਜ ਦਾ ਮੋਸ਼ਨ ਕਰਨ ਜਾ ਰਿਹਾ, ਜਿਹਦੇ ਵਿੱਚ ਮੋਸ਼ਨ ਕਾਂਸਟੈਂਟ ਹੋਏਗਾ, ਤੇ ਜਦੋਂ ਮੋਸ਼ਨ ਕਾਂਸਟੈਂਟ ਨਹੀਂ ਹੋਏਗਾ, ਵੇਰੀਏਬਲ ਮੋਸ਼ਨ ਹੋਏਗਾ, ਵੇਰੀਏਬਲ ਵੈਲੋਸਿਟੀ ਹੋਏਗੀ, ਉਸ ਵੇਲੇ ਇਲੈਕਟ੍ਰਿਕ ਕਰੰਟ ਜਿਹੜਾ ਉਹ ਮੈਗਨੈਟਿਕ ਫੀਲਡ ਵੀ ਪ੍ਰੋਡਿਊਸ ਕਰੇ। ਔਰ ਲਾਸਟ ਵਿੱਚ ਮੈਗਨੈਟਿਕ ਫੀਲਡ ਤੋਂ, 4th ਯੂਨਿਟ, ਮੈਗਨੈਟਿਕ ਫੀਲਡ ਤੋਂ ਵੀ ਇਲੈਕਟ੍ਰਿਕ ਕਰੰਟ ਬਣਾਇਆ ਜਾ ਸਕਦਾ, ਇਹਦੇ ਬਾਰੇ ਅਸੀਂ ਪੜਾਂਗੇ। ਸੋ ਬਹੁਤ ਹੀ ਮਜ਼ੇਦਾਰ ਹੈ 12th ਦੀ ਫਿਜ਼ਿਕਸ। ਆਓ ਅਸੀਂ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ, ਔਰ ਅੱਜ ਦਾ ਟੌਪਿਕ ਹੈ ਇਲੈਕਟ੍ਰਿਕ ਕਰੰਟ। ਕਿਉਂ ਜੀ, ਇਲੈਕਟ੍ਰਿਕ ਕਰੰਟ ਬਾਰੇ ਪਤਾ ਕਿ ਨਹੀਂ ਪਤਾ ਜੀ? ਪਤਾ। ਕੀ ਹੁੰਦਾ ਜੀ ਇਲੈਕਟ੍ਰਿਕ ਕਰੰਟ ਜੀ? flow of charge in the conductor at a particular time is called electric current। The rate of flow of electric charge in any conductor is called electric current। हाँ जी, बहुत ईजी है। ਕਿਸੇ ਵੀ ਇੱਕ ਕੰਡਕਟਰ ਦੇ ਵਿੱਚੋਂ ਚਾਰਜ ਜਿਹੜਾ ਫਲੋ ਕਰ ਰਿਹਾ, ਉਹਦੇ ਫਲੋ ਦੇ ਰੇਟ ਨੂੰ ਅਸੀਂ ਇਲੈਕਟ੍ਰਿਕ ਕਰੰਟ ਕਹਿੰਦੇ ਆ। ਇਹਨੂੰ ਡਿਨੋਟ ਕੀਤਾ ਜਾਂਦਾ ਵਾ I ਦੇ ਨਾਲ, ਕੈਪੀਟਲ I, ਇਲੈਕਟ੍ਰਿਕ ਕਰੰਟ। ਸੋ ਬਾਈ ਡੈਫੀਨੇਸ਼ਨ ਕੀ ਹੋ ਗਿਆ? I is equal to ਚਾਰਜ ਬਾਏ ਟਾਈਮ। ਜੋ ਚਾਰਜ ਆ ਰਿਹਾ ਜੋ ਪਾਰਟਿਕੂਲਰ ਟਾਈਮ 'ਚ, ਦੈਟ ਇਜ਼ ਕਿਸੇ ਵੀ ਕੰਡਕਟਰ ਚੋਂ, ਲੈਟ ਇਹ ਕੰਡਕਟਰ ਬਣਾ ਲਿਆ, ਔਰ ਉਸ ਕੰਡਕਟਰ ਦੇ ਵਿੱਚੋਂ ਮੰਨ ਲਓ ਇੱਕ ਪਾਰਟਿਕੂਲਰ ਡਾਇਰੈਕਸ਼ਨ 'ਚ Q ਚਾਰਜ ਫਲੋ ਕਰਦਾ ਪਿਆ, ਔਰ ਫਲੋ ਕਰਨ ਦੇ ਲਈ ਉਹ ਟਾਈਮ ਲਗਾ ਰਿਹਾ ਕਿੰਨਾ? T। ਦੈਨ ਇਲੈਕਟ੍ਰਿਕ ਕਰੰਟ ਦਾ ਫਾਰਮੂਲਾ ਕੀ ਆ ਗਿਆ? I is equal to Q by T। ਅਸੀਂ ਪੜ ਚੁੱਕੇ ਹਾਂ। The rate of flow of current in any conductor is electric current pass through the conductor। So electric current ਕੀ ਆ? ਕਿੰਨਾ ਚਾਰਜ ਮੂਵ ਕਰਦਾ ਪਿਆ। ਅਗਰ ਕਿਸੇ ਵੀ ਕੰਡਕਟਰ ਚੋਂ ਬਹੁਤ ਘੱਟ ਟਾਈਮ 'ਚ ਬਹੁਤ ਜ਼ਿਆਦਾ ਚਾਰਜ ਫਲੋ ਕਰ ਰਿਹਾ, ਇਹਦਾ ਮਤਲਬ ਕਰੰਟ ਜ਼ਿਆਦਾ। ਉਹਦੇ ਓਪੋਜ਼ਿਟਲੀ ਅਗਰ ਕਿਸੇ ਕੰਡਕਟਰ ਚੋਂ ਬਹੁਤ ਜ਼ਿਆਦਾ ਟਾਈਮ 'ਚ डिनोमिनेटर थोड़ा करंट मूव कर रहा है, इलेक्ट्रिक करंट घट है। डेफिनेशन तो क्लीयर होगी। एग्जाम्पल यदि अगर तो गल करिए ज्यादा चार्ज घट टाइम केड़ा कंडक्टर हो सकता है? यह तुहाडा एसी नहीं है, एसी नाल लगी हुई जिहड़ी वायर है। अगर घर दे विच असीं एयर कंडीशनर की गल करते हैं, एसी, और ओहदी जिहड़ी वायर है ओहदे विचों तुसीं क्यू दी वैल्यू मान के चलो बहुत हाई, और टाइम थोड़ा, बहुत ज़्यादा करंट ड्रॉन करता वा। ਜਿਹੜੀਆਂ ਵੱਡੀਆਂ एप्लायंसिस
ਵੱਡੀਆਂ ਇਲੈਕਟ੍ਰੀਕਲ ਗੈਜਟਸ ਅਪਲਾਈਸਸ ਨੇ ਉਹਨਾਂ 'ਚ ਬਹੁਤ ਜ਼ਿਆਦਾ ਕਰੰਟ ਫਲੋ ਕਰਦਾ ਤੇ ਘੱਟ ਵਾਲੇ ਦੀ ਐਗਜ਼ਾਮਪਲ ਵੀ ਸਰ ਘੱਟ ਚਾਰਜ ਕਿੱਥੇ ਫਲੋ ਕਰਦਾ ਉਹ ਵੀ ਦੱਸ ਦਿੰਦੇ ਆ। ਤੁਹਾਡੇ ਫੋਨ ਦਾ ਚਾਰਜਰ, ਜਦੋਂ ਤੁਹਾਡੇ ਫੋਨ ਨੂੰ ਤੁਸੀਂ ਚਾਰਜਿੰਗ ਤੇ ਲਗਾਉਂਦੇ ਹੋ ਤੇ ਜਿਹੜੀ ਉਹਦੀ ਵਾਇਰ ਹੈ ਉਹਦੇ ਵਿੱਚ ਕਿਊ ਦੀ ਵੈਲਿਊ ਬਹੁਤ ਜ਼ਿਆਦਾ ਸਮਾਲ ਹੁੰਦੀ ਕਿਉਂਕਿ ਸਾਡੇ ਜਿਹੜੀ ਬੈਟਰੀ ਆ ਬਹੁਤ ਘੱਟ ਚਾਰਜ ਦੇ ਉੱਤੇ ਚਾਰਜਿੰਗ ਲਗਾਈ ਜਾਂਦੀ ਆ, ਬਹੁਤ ਘੱਟ ਇਲੈਕਟ੍ਰੀਕਲ ਕਰੰਟ ਨੂੰ ਡਰਾਉਨ ਕਰਦੀ ਆ। ਸੋ ਇਹ ਤਾਂ ਚਲੋ ਐਗਜ਼ਾਮਪਲ ਹੋ ਗਿਆ ਤੁਹਾਨੂੰ ਫੀਲ ਦੇਣ ਲਈ। ਸੋ ਇਲੈਕਟ੍ਰਿਕ ਕਰੰਟ ਕੀ ਹੋ ਗਿਆ? ਇਲੈਕਟ੍ਰਿਕ ਕਰੰਟ ਹੋ ਗਿਆ Q by T, ਚਾਰਜ ਬਾਈ ਟਾਈਮ। ਕਲੀਅਰ? ਇਹਦੇ ਯੂਨਿਟ ਕੀ ਹੈ ਜੀ? ਇਹਦੇ ਯੂਨਿਟ ਹੈ, ਚਾਰਜ ਦਾ ਯੂਨਿਟ ਹੈ ਕੂਲਮ, ਟਾਈਮ ਦਾ ਯੂਨਿਟ ਹੈ ਸੈਕਿੰਡ, ਕੂਲਮ ਸੈਕਿੰਡ ਇਨਵਰਸ, ਜਾਂ ਫਿਰ 1 एम्पियर या एम्पियर कह लो। इलैक्ट्रिक करंट के जिहड़े यूनिट एम्पियर ने, यूनिट तुहाडे फंडामेंटल यूनिट भी ने। फंडामेंटल यूनिट तुहाडे को 7 सी, मास लेंथ टाइम 11 च पढ़िया सी पहले यूनिट सी फिजिकल क्वांटिटीज वाले। फंडामेंटल यूनिट वो होंदे जिहड़े कि फर्दर रिजोल्व नहीं होंदे ते इलैक्ट्रिक करंट दे विच जिहड़ा एम्पियर है वो एक फंडामेंटल यूनिट बनया गया इलैक्ट्रिक करंट के हिसाब नाल। ओके ठीक है जी। हुण वारी आंदी है कि यह एक स्केलर क्वांटिटी है या वैक्टर क्वांटिटी है? यह एक स्केलर क्वांटिटी है। ज़्यादातर ये चैकसम क्वेश्चन ज़्यादातर पूछते हैं टीचर्स, या बड़ा फेमस जहा क्वेश्चन है कि यार क्योंकि इलैक्ट्रिक करंट फ्लो करता साडा इलैक्ट्रॉन किधरों मूव करते हैं? नैगेटिव के पासे तो पॉजिटिव टर्मिनल वाले पासे इलैक्ट्रॉन मूव करते हैं, है ना। इलैक्ट्रॉन फ्लो फ्रॉम नेगेटिव टू पॉजिटिव टर्मिनल, और करंट जेड़ा वा वो पॉजिटिव टू नेगेटिव जांदा। करंट ऑलवेज पॉजिटिव टू नेगेटिव। इहदी ते डायरेक्शन है यार, इहदी ते डायरेक्शन है, फिर तुसी इनू स्केलर क्वांटिटी क्यों कहंदे हो? इहदा मैं तुहानू कारण दसदा। देखो ਜਿਹੜੀ ਤੁਹਾਡੀ स्केलर क्वांटिटीज ने वो अपने मैनिपुलेशन वास्ते, जिस तरह मान लो इन्हां नू अगर तुसी सॉल्व करना होए ते इन्हां नू फॉलो करदे ने अलजैब्रिक लॉ। अलजैब्रिक लॉ दे नाल तुसी, सिंपल अलजैब्रा दे नाल तुसी कर सकदे हो इन्हां नू रिजोल्व स्केलर क्वांटिटी नू। पर जिहड़ी तुहाडी वैक्टर क्वांटिटी है ना, वैक्टर क्वांटिटी वैक्टर लॉ दे नाल हुंदी है। तो तुहानू जे याद नहीं तो मैं तुहानू दस देना, मैं तुहानू एग्जांपल नाल दसदा। फॉर एग्जांपल मान लो इलैक्ट्रिक करंट 2 एम्पीयर ते इलैक्ट्रिक करंट 7 एम्पीयर, दो अलग अलग कंडक्टर दे विच आ रहा, ठीक। और इन्हां दे विच एंगल जिहड़ा है वो मान लो जिहड़े कंडक्टर पे ने इन्हां दे विच एंगल है 90 डिग्री, ठीक। अकॉर्डिंग टू वैक्टर अलजैब्रा या वैक्टर रिजोल्व, इन्हां दा जिहड़ा रिजल्टेंट वैक्टर होएगा, जे तुहानू याद है तो मैं तुहानू दस दियां, ओ सी a स्क्वायर प्लस b स्क्वायर प्लस 2ab cos थीटा, जो कि करंट के मामले च नहीं लगता, ऐ नहीं लगता। ਇਹਦੇ ਚ ਸਿੱਧਾ ਹੀ ਆ ਕਿ ਅਗਰ ਮੰਨ ਲਓ ਇੱਕ ਕੰਡਕਟਰ 2 एम्पीयर ਦੇ ਰਿਹਾ, ਦੂਜਾ ਕੰਡਕਟਰ 7 एम्पीयर ਦੇ ਰਿਹਾ, ਤੇ ਜਿਹੜਾ ਆਊਟਕਮ ਚ ਕੰਡਕਟਰ ਬਾਹਰ ਨੂੰ ਜਾ ਰਿਹਾ ਹੋਏਗਾ ਉਹਦਾ ਰਿਜ਼ਲਟੈਂਟ ਕੀ ਹੋਏਗਾ? 2 + 7 यानी कि 9 एम्पीयर। प्रॉपर गल करिए, प्रॉपरली कहिए ते ए ओ कंडक्टर ने ए ओ ते वैक्टर क्वांटिटीज फॉलो करदियां ने इस रूल नू, या कह लो वैक्टर्स अलजैब्रा नू, जबकि स्केलर क्वांटिटी अलजैब्रिक लॉ नू फॉलो करदियां ने, अलजैब्रिक रूल्स नू फॉलो करदियां ने। सो क्योंकि साडी इलैक्ट्रिक करंट ने अलजैब्रिक लॉ नू फॉलो किया, इस करके एक स्केलर क्वांटिटी है। हाँ जे तुसी थोड़ा जिहा वड्डियां क्लासां च चले जांदे हो इत्थों ते इनू टेंसर क्वांटिटी कहा जाता, टेंसर। तो टेंसर क्वांटिटीज की कुछ डेफिनेशंस ने, पर अजे ऐ साडे किसी काम की नहीं है। सिर्फ इन्नी ही गल ते मुकदी है गल कि इलैक्ट्रिक करंट एक स्केलर क्वांटिटी है।
ਇੱਥੇ ਹੀ ਇੱਕ ਹੋਰ ਚੀਜ਼ ਦੀ ਡੈਫੀਨੇਸ਼ਨ ਨਿਕਲ ਕੇ ਆਉਂਦੀ ਆ, ਡਿਫਾਈਨ 1 ਐਂਪੀਅਰ। 1 ਐਂਪੀਅਰ ਨੂੰ ਡਿਫਾਈਨ ਕਰੋ ਕਿ ਵਾਟ ਇਜ਼ 1 ਐਂਪੀਅਰ। ਯਾਦ ਰੱਖਿਓ ਤੁਹਾਡੇ ਕੋਲ ਇੱਕ ਡੈਫੀਨੇਸ਼ਨ ਕੋਈ ਨਾ ਕੋਈ ਇੱਕ ਡੈਫੀਨੇਸ਼ਨ ਸਟਾਰਟਅਪ ਕੁਐਸਚਨ 'ਚ ਆਣੀ ਆ, ਚਾਹੇ ਉਹ ਕੋਈ ਯੂਨਿਟ ਦੀ ਡੈਫੀਨੇਸ਼ਨ ਹੋਏਗੀ, ਚਾਹੇ ਉਹ ਕੋਈ ਕੁਆਂਟੀਟੀ ਦੀ ਡੈਫੀਨੇਸ਼ਨ ਹੋਏਗੀ, ਕਿਸੇ ਵੀ ਤਰ੍ਹਾਂ ਦੀ ਫਿਜ਼ੀਕਲ ਕੁਆਂਟੀਟੀ ਦੀ। ਸੋ ਆਪਾਂ ਸਾਰੀ ਦੀਆਂ ਸਾਰੀਆਂ ਡੈਫੀਨੇਸ਼ਨਸ ਨੂੰ ਨਾਲ ਹੀ ਕਵਰ ਕਰ ਜਾਣਾ। 1 ਐਂਪੀਅਰ ਕਦ ਤੋਂ ਬਣਿਆ? 1 ਐਂਪੀਅਰ ਬਣਿਆ 1 ਕੂਲਮ ਪਰ ਸੈਕਿੰਡ, ਇਹੀ ਚੀਜ਼ ਤੋਂ ਬਣਿਆ ਨਾ। ਐਂਪੀਅਰ ਕੀ ਸੀ? ਐਂਪੀਅਰ ਸੀ ਇਲੈਕਟ੍ਰਿਕ ਕਰੰਟ, ਕੂਲਮ ਕੀ ਸੀ? ਚਾਰਜ ਸੀ, ਸੈਕਿੰਡ ਕੀ ਸੀ? ਟਾਈਮ ਸੀ। ਸੋ ਇਥੋਂ ਡੈਫੀਨੇਸ਼ਨ ਕੀ ਨਿਕਲ ਕੇ ਆਂਦੀ ਹੈ? ਡੈਫੀਨੇਸ਼ਨ ਆਂਦੀ ਹੈ, the electric current is said to be 1 ampere in the conductor if 1 coulomb charge passes through the conductor in 1 second. Clear होगी बात? The current is said to be 1 ampere if 1 coulomb charge is passes through the conductor in 1 second. अगर ਇਸੇ ਕੰਡਕਟਰ ਦੇ ਵਿੱਚੋਂ 1 ਕੂਲਮ ਚਾਰਜ 1 ਸੈਕਿੰਡ ਦੇ ਵਿੱਚ ਫਲੋ ਹੋ ਰਿਹਾ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਵਿੱਚ ਇਲੈਕਟ੍ਰਿਕ ਕਰੰਟ ਦੀ ਵੈਲਿਊ ਹੈ 1 ਐਂਪੀਅਰ। ਠੀਕ ਹੋ ਗਿਆ? ਇਲੈਕਟ੍ਰਿਕ ਕਰੰਟ ਕਲੀਅਰ ਹੋ ਗਿਆ? ਸੋ ਇਲੈਕਟ੍ਰਿਕ ਕਰੰਟ ਕੀ ਹੈ? ਦਾ ਫਲੋ ਰੇਟ ਆਫ ਦਾ ਇਲੈਕਟ੍ਰਿਕ ਚਾਰਜ ਦੇ ਫਲੋ ਹੋਣ ਦਾ ਜੋ ਰੇਟ ਹੈ, ਕਿਸ ਦਰ ਦੇ ਨਾਲ ਇਲੈਕਟ੍ਰਿਕ ਕਰੰਟ ਫਲੋ ਕਰਦਾ ਪਿਆ। ਠੀਕ ਹੈ, ਇਹਨੂੰ ਨੋਟ ਕਰ ਲਓ। सो इलैक्ट्रिक करंट समझ आ गया था ना? हाँ जी, बहुत ਵਧੀਆ ਗੱਲ है। इलैक्ट्रिक करंट एक तरह का फ्लो ऑफ चार्ज है एक पर्टिकुलर डायरेक्शन च, और वो पर्टिकुलर डायरेक्शन केड़ी होनी चाहिए? वो पर्टिकुलर डायरेक्शन होएगी जिधर पोटेंशियल की है लो होएगी, है ना? इस तरह ही है बिल्कुल। सो इलैक्ट्रिक करंट जो कि असी इस यूनिट च पढ़ते पे हैं, किसी भी कंडक्टर की अगर गल कर ली, मान लो साडे कोल कंडक्टर है, कोई कंडक्टर की की प्रॉपर्टी है? असी पढ़ के आए हैं, साडे कोल 3 तरह के मटीरियल्स होंदे ने कंडक्टिविटी के बिहेवियर नाल। कंडक्टर, इंसुलेटर, सैमीकंडक्टर। कंडक्टर वो होंदे ने जिहड़े कि रिच इन इलैक्ट्रॉन्स होंदे ने, जिन्हां कोल इलैक्ट्रॉन्स बहुत सारे ने, या कह लो कि जिन्हां कोल होंदे ने फ्री इलैक्ट्रॉन्स। किसी भी कंडक्टर दे विचले एटम कोल बहुत सारे इलैक्ट्रॉन्स होंदे ने जो कि उहदे न्यूक्लियस नाल बहुत वीकली होल्ड होंदे ने। क्लीयर हो गई गल? कंडक्टर दे विच इलैक्ट्रॉन की जिहड़ी गिनती है वो गिनती ज़्यादा होने करके वो इलैक्ट्रॉन न्यूक्लियस नाल बहुत मजबूती नाल बाउंड नहीं होंदे ते कंडक्टर इन्हां इलैक्ट्रॉन्स करके एक अच्छी कंडक्टिव डिवाइस का रोल अदा करता। जे गल करिए इंसुलेटर की, तो इंसुलेटर दे विच जिहड़े आ इलैक्ट्रॉन्स जिहड़े ने वो स्ट्रोंगली होल्ड होंदे आ, सो नो फ्री इलैक्ट्रॉन्स। ईवन इन्हां कोल इलैक्ट्रॉन्स का अभाव ही हुंदा वा, घाट ही हुंदी है। ते सैमीकंडक्टर जिहड़े ने उन्हां दे विच हुंदे आ इंटरमीडिएट गिनती हुंदी आ, ए कंडक्ट करदे आ मीडियमली। ठीक है, सो इलैक्ट्रॉन्स हुंदे ने बट लोअर कंडक्टिविटी देंदे ने। ठीक है, लोअर कंडक्टिविटी देंदे। हुण अगर किसी कंडक्टर की गल करिए जिहदे विच फ्री इलैक्ट्रॉन्स की असीं गल कर लैंदे आ, उन्हां फ्री इलैक्ट्रॉन्स नूं अगर आपां देखिए तो क्या ऐ कोई पर्टिकुलर फ्लो दे रहे ने? क्या इस तरह शो हो रहा कि ऐ कोई इस दिशा च जा रहा है या इस तरह दिशा जा रहा है? नहीं, इस तरह नहीं है। क्यों? क्योंकि जदों तक किसी भी चार्ज नूं किसी पर्टिकुलर इलैक्ट्रिक फील्ड दे विच नहीं रखा जाएगा उदों तक वो चार्ज मूव नहीं करेगा। एक क्वेश्चन अराइज हुंदा और बड़ी बार पूछा जाता, वो पूछा जाता की पूछा जाता कि
ਇਲੈਕਟ੍ਰਿਕ ਕਰੰਟ ਮੂਵ ਕਿਉਂ ਕਰਦਾ ਪਿਆ ਜਾਂ ਇਲੈਕਟ੍ਰਿਕ ਕਰੰਟ ਦੇ ਪਿੱਛੇ ਕਾਰਨ ਕੀ ਆ। ਇਲੈਕਟ੍ਰਿਕ ਕਰੰਟ ਦੇ ਪਿੱਛੇ ਮੇਨ ਕਾਰਨ ਹੈਗਾ ਤੁਹਾਡਾ ਪੋਟੈਂਸ਼ੀਅਲ ਡਿਫਰੈਂਸ। ਇਹ ਚੀਜ਼ ਨੂੰ ਧਿਆਨ ਨਾਲ ਸਮਝ ਲੈਣਾ, ਕਿਉਂਕਿ ਜ਼ਿਆਦਾਤਰ ਅਸੀਂ ਇਸ ਤਰ੍ਹਾਂ ਹੀ ਪੜ੍ਹਦੇ ਹਾਂ ਵੀ ਪਹਿਲਾਂ ਚਾਰਜ ਖਲੋਤਾ ਸੀ ਹੁਣ ਚੱਲ ਪਿਆ। ਇਲੈਕਟ੍ਰੋਸਟੈਟਿਕ ਯੂਨਿਟ ਵਿੱਚ ਚਾਰਜ ਨੂੰ ਇੱਕ ਜਗ੍ਹਾ ਦੇ ਉੱਤੇ ਪਾਰਟਿਕੂਲਰ ਮੰਨਿਆ ਗਿਆ ਸੀ, ਰੁਕਿਆ ਸੀ। ਕਿਉਂ ਰੁਕਿਆ ਸੀ? ਉਹਦਾ ਕਾਰਨ ਸੀ ਕਿ ਜਿਸ ਕੰਡਕਟਰ ਦੀ ਗੱਲ ਹੋ ਰਹੀ ਸੀ ਉਹ ਕੰਡਕਟਰ ਆਈਸੋਲੇਟਡ ਕੰਡਕਟਰ ਸੀ। ਜਿਸ ਕੰਡਕਟਰ ਦੀ ਗੱਲ ਹੋ ਰਹੀ ਸੀ ਉਹਨੂੰ ਕਿਸੇ ਇਲੈਕਟ੍ਰਿਕ ਫੀਲਡ ਨਾਲ ਨਹੀਂ ਜੋੜਿਆ ਗਿਆ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਕੰਡਕਟਰ ਦੀ ਜਾਂ ਇਲੈਕਟ੍ਰਿਕ ਕਰੰਟ ਦੀ, ਤੇ ਉਸ ਵੇਲੇ ਉਸ ਕੰਡਕਟਰ ਨੂੰ ਜੋੜ ਦਿੱਤਾ ਜਾਂਦਾ बैटरी या सैल दे पॉजिटिव और नैगेटिव टर्मिनल नाल। ਜਦੋਂ बैटरी ਜਾਂ ਸੈੱਲ ਦੇ ਪੋਜ਼ਿਟਿਵ ਜਾਂ ਨੈਗੇਟਿਵ ਟਰਮੀਨਲ ਨਾਲ ਜੋੜ ਦਿੰਦੇ ਹੋ ਤੇ ਪੋਜ਼ਿਟਿਵ ਟਰਮੀਨਲ ਤੁਹਾਡਾ ਜੋ ਕਿ ਹਾਈ ਪੋਟੈਂਸ਼ੀਅਲ ਮੰਨਿਆ ਜਾਂਦਾ ਤੇ ਨੈਗੇਟਿਵ ਟਰਮੀਨਲ ਤੁਹਾਡਾ ਲੋ ਪੋਟੈਂਸ਼ੀਅਲ ਤੇ ਮੰਨਿਆ ਜਾਂਦਾ। ਸੋ ਇਹ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਪ੍ਰੋਵਾਈਡ ਕਰਵਾਇਆ ਨਾ ਤੁਸੀਂ ਬਾय ਸੈੱਲ और बैटरी, ठीक है ना यार। देखो ना ਇਹ ਤੁਹਾਡਾ ਕੰਡਕਟਰ ਹੋ ਗਿਆ, ਇਹ ਤੁਹਾਡਾ ਇੱਕ ਕੰਡਕਟਰ ਹੈ ਜਿਸ 'ਚ ਲੋਟ ਆਫ ਇਲੈਕਟ੍ਰੋਨ। ਇਹਦੇ ਇੱਕ ਸਾਈਡ ਦੇ ਉੱਤੇ ਤੁਸੀਂ ਇੱਕ ਇਹੋ ਜੀ ਕੰਡਕਟਿਵ ਡਿਵਾਈਸ ਲਗਾ ਦਿੱਤੀ ਜਿਹਦੇ ਤੇ ਬਹੁਤ ਸਾਰੇ ਪੋਜ਼ਿਟਿਵ ਚਾਰਜ ਨੇ, ਠੀਕ ਹੈ। ਔਰ ਇੱਕ ਸਾਈਡ ਦੇ ਉੱਤੇ ਤੁਸੀਂ ਇਹੋ ਜੀ ਡਿਵਾਈਸ ਲਗਾ ਦਿੱਤੀ ਜਿਹਦੇ 'ਚ ਬਹੁਤ ਸਾਰੇ ਨੈਗੇਟਿਵ ਚਾਰਜ ਨੇ। ਸੋ ਇਹਦੇ ਵਿੱਚ ਜਿਹੜੇ ਫ੍ਰੀ ਇਲੈਕਟ੍ਰੋਨਸ ਹੋਣਗੇ ਉਹ ਬੜੀ ਤੇਜ਼ੀ ਦੇ ਨਾਲ ਮੂਵ ਕਰਨਾ ਸ਼ੁਰੂ ਕਰ ਦੇਣਗੇ ਪੋਜ਼ਿਟਿਵ ਚਾਰਜ ਦੀ ਤਰਫ, ਜਿਹਦੇ ਕਰਕੇ ਉਸ ਏਰੀਆ ਦੇ ਵਿੱਚ ਇੱਕ ਪਾਰਟਿਕੂਲਰ ਏਰੀਆ ਵਿੱਚ ਇਲੈਕਟ੍ਰੋਨ ਦੀ ਘਾਟ ਹੋਣ ਕਰਕੇ ਉੱਥੇ ਪੋਜ਼ਿਟਿਵ ਚਾਰਜ ਆ ਜਾਏ। ਸੋ ਉਸ ਪਾਰਟਿਕੂਲਰ ਰੀਜਨ ਦੇ ਵਿੱਚ ਜਿਹੜੀ ਤੁਸੀਂ ਨੈਗੇਟਿਵ ਡਿਵਾਈਸ ਨਾਲ ਜੋੜੀ ਹੋਈ ਆ ਉਹਦੇ ਵਿੱਚੋਂ ਇਲੈਕਟ੍ਰੋਨਸ ਨਿਕਲਣੇ ਸ਼ੁਰੂ ਹੋ ਜਾਣਗੇ। ਉਹ ਨੈਗੇਟਿਵ ਡਿਵਾਈਸ ਦਾ ਨੰਬਰ ਆਫ ਇਲੈਕਟ੍ਰੋਨ ਜ਼ਿਆਦਾ ਹੋਣਗੇ, ਸੋ ਇੱਥੇ ਤੁਹਾਡੇ ਇਲੈਕਟ੍ਰੋਨ ਜਿਹੜੇ ਇੱਥੇ ਆ ਜਾਣਗੇ। ਸੋ ਇੱਕ ਪਾਰਟਿਕੂਲਰ ਲੈਵਲ ਦੇ ਉੱਤੇ ਇਲੈਕਟ੍ਰੋਨ ਲਗਾਤਾਰ ਕੰਡਕਟਰ ਚੋਂ ਇੱਧਰ ਜਾ ਰਹੇ ਨੇ ਔਰ ਕੰਡਕਟਰ ਦੇ ਉਸ ਏਰੀਆ ਦੇ ਵਿੱਚ ਪੋਜ਼ਿਟਿਵ ਚਾਰਜ ਆ ਰਿਹਾ। ਉਸ ਪੋਜ਼ਿਟਿਵ ਚਾਰਜ ਦੇ ਉੱਤੇ ਉਹਦੀ ਜਗ੍ਹਾ ਲੈਣ ਦੇ ਲਈ ਦੂਸਰੀ ਡਿਵਾਈਸ ਜੋ ਕਿ ਨੈਗੇਟਿਵਲੀ ਚਾਰਜ ਹੈ ਉਹਦੇ ਚੋਂ ਇਲੈਕਟ੍ਰੋਨ ਨਿਕਲ ਕੇ ਇੱਥੇ ਪੈ ਜਾਣਗੇ। ਇਟ ਮੀਨਸ ਪੋਜ਼ਿਟਿਵ ਟੂ ਨੈਗੇਟਿਵ, ਪੋਜ਼ਿਟਿਵ ਫਰੋਮ ਨੈਗੇਟਿਵ, ਇਸ ਤਰ੍ਹਾਂ ਇਲੈਕਟ੍ਰੋਨ ਜਿਹੜੇ ਫਲੋ ਕਰਦੇ ਰਹਿਣਗੇ। ਔਰ ਤੁਸੀਂ ਮੰਨਦੇ ਹੋ ਕੰਡਕਟਰ ਜਿਹੜਾ ਵਾ ਆਫਟਰ ਦਾ ਮੋਸ਼ਨ ਆਫ ਇਲੈਕਟ੍ਰਿਕ ਕਰੰਟ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਨੇ ਉਹ ਉਨੇ ਹੀ ਰਹਿਣਗੇ, ਸੇਮ बिफोर और आफ्टर करंट। सो पॉजिटिव कंडक्टिव डिवाइस ते नेगेटिव कंडक्टिव डिवाइस की प्रोवाइड करवाउण दी कंडक्टर दे विच इलैक्ट्रिक करंट। इसे तरह ही तुहाडी सैल या बैटरी है। सैल की गल करिए, सैल दे विच पॉजिटिव ते नेगेटिव टर्मिनल है। पॉजिटिव टर्मिनल जो कि पॉजिटिव है वो इलैक्ट्रॉन्स को अपने वाले पासे मूव करवाने लई खिंचेगा, ठीक। ते नेगेटिव वाला पासा जिहड़ा वा वो प्रोवाइड कराएगा नंबर ऑफ इलैक्ट्रॉन्स नू उस जगह दे उत्ते जिस जगह दे उत्ते इलैक्ट्रॉन दे जाण करके एक पॉजिटिव रीजन क्रिएट हो गया। सो नंबर ऑफ इलैक्ट्रॉन्स कंडक्टर जो हुंदे होए पॉजिटिव टर्मिनल नू चलदे रहणगे ਤੇ ਉਹਨਾਂ ਦੀ ਜਗ੍ਹਾ ਲੈਣ ਦੇ ਲਈ ਨੈਗੇਟਿਵ ਟਰਮੀਨਲ ਉਹਨੂੰ ਇਲੈਕਟ੍ਰੋਨ ਦਿੰਦਾ ਰਹੇਗਾ। ਇਲੈਕਟ੍ਰੋਨਸ ਦਾ ਫਲੋ ਹੋਣਾ ਇੱਕ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਇੱਕ ਪਾਰਟਿਕੂਲਰ ਕਰੰਟ ਦਾ ਨਿਰਮਾਣ ਕਰਦਾ, ਉਹਨੂੰ ਅਸੀਂ ਇਲੈਕਟ੍ਰੋਨਿਕ ਕਰੰਟ ਬੋਲਦੇ ਹਾਂ। ਕੀ ਬੋਲਦੇ ਹਾਂ? ਇਲੈਕਟ੍ਰੋਨਿਕ ਕਰੰਟ। ਇਲੈਕਟ੍ਰੋਨਿਕ ਕਰੰਟ ਡਿਊ ਟੂ ਇਲੈਕਟ੍ਰੋਨਸ। ਔਰ ਇਲੈਕਟ੍ਰੋਨਿਕ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਨੈਗੇਟਿਵ ਟੂ ਪੋਜ਼ਿਟਿਵ ਹੁੰਦੀ ਹੈ। ਇਹ ਵੀ ਕਹਿ ਸਕਦੇ ਹਾਂ ਕਿ ਅਗਰ ਨੈਗੇਟਿਵ ਟਰਮੀਨਲ ਵਾਲੇ ਪਾਸੇ ਤੁਹਾਡਾ ਕਰੰਟ ਜਿਹੜਾ ਵਾ ਉਹ 1 ਇਲੈਕਟ੍ਰੋਨ ਪਰ ਸੈਕਿੰਡ ਮੂਵ ਕਰਦਾ ਪਿਆ ਔਰ ਇਹ ਹੋਇਆ ਤੁਹਾਡਾ ਇਲੈਕਟ੍ਰੋਨਿਕ ਕਰੰਟ। ਕਿਹੜਾ ਕਰੰਟ ਹੋਇਆ? ਇਲੈਕਟ੍ਰੋਨਿਕ ਕਰੰਟ, ਜਿਹਦੇ ਵਿੱਚ ਇਲੈਕਟ੍ਰੋਨ ਮੂਵ ਕਰਦੇ ਪਏ ਆ ਇੱਕ ਪਾਰਟਿਕੂਲਰ ਡਾਇਰੈਕਸ਼ਨ 'ਚ ਪਾਰਟਿਕੂਲਰ ਟਾਈਮ ਦੇ ਉੱਤੇ, ਠੀਕ ਹੈ। ਤੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਦੇ ਆਪੋਜ਼ਿਟ ਵੀ ਪੋਜ਼ਿਟਿਵ ਚਾਰਜ, ਜਿਹਨੂੰ ਅਸੀਂ ਕਨਵੈਨਸ਼ਨਲ ਕਰੰਟ ਦਾ ਨਾਮ ਦਿੰਦੇ ਹਾਂ। ਯਾਦ ਰੱਖਿਓ ਕਰੰਟ ਦੋ ਪ੍ਰਕਾਰ ਦਾ ਮੰਨਿਆ ਗਿਆ। ਅਸੀਂ ਜਿਹੜੇ ਕਰੰਟ ਦੇ ਉੱਤੇ ਸਟੱਡੀ ਕਰਨੀ ਆ ਉਹ ਕਨਵੈਨਸ਼ਨਲ ਕਰੰਟ ਹੈ। ਕਨਵੈਨਸ਼ਨਲ ਕਰੰਟ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਹਮੇਸ਼ਾ ਹੀ ਪੋਜ਼ਿਟਿਵ ਟੂ ਨੈਗੇਟਿਵ ਹੋਏਗੀ। ਔਰ ਤੁਹਾਨੂੰ ਸਮਝਾਉਣ ਵਾਸਤੇ ਇਹ ਕਹਿ ਰਿਹਾ
कि मान लो ਉਹਦੇ ਵਿੱਚ ਇੱਕ ਪੋਜ਼ਿਟਿਵ ਚਾਰਜ ਜੋ ਹੈ ਉਹ ਮੂਵ ਕਰਦਾ ਪਿਆ 1 ਸੈਕਿੰਡ ਵਿੱਚ ਇਨ ਦਾ ਡਾਇਰੈਕਸ਼ਨ ਫਰੋਮ ਪੋਜ਼ਿਟਿਵ ਟੂ ਨੈਗੇਟਿਵ। ਠੀਕ ਹੈ, ਸੋ ਇਹ ਹੁੰਦਾ ਤੁਹਾਡੇ ਕੋਲ ਕਨਵੈਨਸ਼ਨਲ ਕਰੰਟ। ਅਸਲ ਵਿੱਚ ਇਹਦੇ ਪਿੱਛੇ ਇਹ ਵੀ ਕਾਰਨ ਹੈਗਾ ਕਿ ਹਮੇਸ਼ਾ ਹੀ ਇਹ ਮੰਨਿਆ ਗਿਆ ਕਿ ਜਿਸ ਤਰ੍ਹਾਂ ਤੁਹਾਡਾ ਹੌਟਰ ਬੋਡੀ ਟੂ ਕੋਲਡਰ ਬੋਡੀ ਹੀਟ ਟਰੈਵਲ ਕਰਦੀ ਹੈ, ਉਸੇ ਤਰ੍ਹਾਂ ਹੀ ਤੁਹਾਡਾ ਪੋਟੈਂਸ਼ੀਅਲ ਡਿਫਰੈਂਸ ਦਾ ਕਨਸੈਪਟ ਹੈ ਕਿ ਚਾਰਜ ਜਿਹੜਾ ਵਾ ਉਹ ਮੂਵ ਕਰਦਾ ਵਾ ਫਰੋਮ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ। ਸੋ ਇਸ ਕਰਕੇ ਇਹ ਕਰੰਟ ਨੂੰ ਵੀ ਇਹੀ ਦਿਸ਼ਾ ਦੇ ਦਿੱਤੀ ਗਈ। ਸੋ ਕਨਵੈਨਸ਼ਨਲ ਕਰੰਟ ਦੀ ਜਿਹੜੀ ਗੱਲ ਆਉਂਦੀ ਹੈ, ਕਨਵੈਨਸ਼ਨਲ ਕਰੰਟ is opposite to the electronic current and it is always positive to negative। clear ਹੋ ਗਿਆ ਇੱਥੋਂ ਤੱਕ? ਸੋ ਇੱਥੇ ਆਪਾਂ ਇਹ ਸਿੱਖਿਆ ਕਿ ਜਿਹੜਾ ਇਲੈਕਟ੍ਰਿਕ ਕਰੰਟ ਹੈ ਉਹਦੇ ਪਿੱਛੇ ਕਾਰਨ ਕੀ ਹੈ। ਇਲੈਕਟ੍ਰਿਕ ਕਰੰਟ ਔਰ ਇਲੈਕਟ੍ਰੋਸਟੈਟਿਕ ਚਾਰਜ ਦੋਨਾਂ ਦੇ ਵਿੱਚ ਡਿਫਰੈਂਸ ਕੀ ਸੀ। ਇਲੈਕਟ੍ਰੋਸਟੈਟਿਕ ਚਾਰਜ ਸੀ ਉਹ ਚਾਰਜ ਜਿਹਨੂੰ ਕਿਸੇ ਵੀ ਚੀਜ਼ ਨਾਲ ਜੋੜਿਆ ਨਹੀਂ ਗਿਆ, ਅਗਰ ਉਹਨੂੰ ਪੋਟੈਂਸ਼ੀਅਲ ਡਿਫਰੈਂਸ ਮਿਲ ਜਾਂਦਾ ਉਸ ਕੰਡਕਟਰ ਨੂੰ ਜਿਹੜਾ ਕਿ ਆਈਸੋਲੇਟਡ ਸੀ। ਆਪਾਂ ਕਪੈਸਿਟਰ ਦੀ ਗੱਲ ਕੀਤੀ, ਕਪੈਸਿਟਰ ਵਿੱਚ ਕੀ ਹੁੰਦਾ, ਕਪੈਸਿਟਰ ਦੀ ਇੱਕ ਪਲੇਟ ਜੋ ਕਿ ਆਪਣਾ ਚਾਰਜ ਟਰਾਂਸਮਿਟ ਕਰ ਦਿੰਦੀ ਆ ਅਰਥ ਨੂੰ, ਉਹ ਕਿਉਂ ਕਰ ਦਿੰਦੀ ਆ, ਉਹਦੇ ਪਿੱਛੇ ਕਾਰਨ ਹੁੰਦਾ ਕਿ ਅਰਥ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਹੋ ਜਾਂਦਾ। ਇਸੇ ਤਰ੍ਹਾਂ ਹੀ ਜੇ ਗੱਲ ਕਰੀਏ ਸਾਡੇ ਇਸ ਕੰਡਕਟਰ ਦੀ, ਤੇ ਕੰਡਕਟਰ ਨੂੰ ਜਿਸ ਤਰ੍ਹਾਂ ਹੀ ਆਪਾਂ ਬੈਟਰੀ ਜਾਂ ਸੈੱਲ ਦੇ ਦੋ ਟਰਮੀਨਲ ਨਾਲ ਜੋੜ ਦਿੰਦੇ ਆ ਤੇ ਕੰਡਕਟਰ ਵਿੱਚੋਂ ਵੀ ਚਾਰਜ ਜੋ ਹੈ ਉਹ ਫਲੋ ਕਰਨਾ ਸ਼ੁਰੂ ਕਰ ਦਿੰਦਾ ਇੱਕ ਪਾਰਟਿਕੂਲਰ ਡਾਇਰੈਕਸ਼ਨ 'ਚ। ਠੀਕ ਹੈ, ਅੱਗੇ ਅਸੀਂ ਇਹਦੇ 'ਚ ਪੜਾਂਗੇ ਕਿ ਇਲੈਕਟ੍ਰਿਕ ਕਰੰਟ ਦੋ ਪ੍ਰਕਾਰ ਦਾ ਹੈ। ਇੱਕ ਹੈ ਤੁਹਾਡੇ ਕੋਲ ਆਲਟਰਨੇਟਿੰਗ ਕਰੰਟ AC, ਇੱਕ ਹੈਗਾ ਡਾਇਰੈਕਟ ਕਰੰਟ DC। ਆਲਟਰਨੇਟਿੰਗ ਕਰੰਟ ਤੇ ਡਾਇਰੈਕਟ ਕਰੰਟ, ਉਹਦੇ ਤੇ ਡੀਪਲੀ ਔਰ ਬੜਾ ਇੰਟਰਸਟਿਡ ਟੌਪਿਕਸ ਰਹਿਣੇ ਆ ਸਾਡੇ ਕੋਲ। ਹਾਲ ਦੀ ਘੜੀ ਮੈਂ ਤੁਹਾਨੂੰ ਇਹ ਕਲੀਅਰ ਕਰਦਾ ਕਿ ਅਜੇ ਜੋ ਵੀ ਚੈਪਟਰ ਚੱਲੇਗਾ ਸਾਡਾ ਉਹ ਡਾਇਰੈਕਟ ਕਰੰਟ ਦੇ ਹਿਸਾਬ ਨਾਲ ਹੀ ਚੱਲੇਗਾ, ਉਹਨੂੰ ਕੰਸੀਡਰ ਕਰਦੇ ਹੋਏ ਹੀ ਗੱਲ ਕਰਾਂਗੇ। ਹਜੇ ਸਾਡੇ ਕੋਲ AC ਕਰੰਟ ਦੀ ਕੋਈ ਗੱਲ ਨਹੀਂ ਹੋ ਰਹੀ। ਸੋ ਇੱਥੋਂ ਤੱਕ ਸਮਝ ਆ ਗਿਆ ਤੁਹਾਨੂੰ? ਦੇਖ ਲਓ ਇਹਨੂੰ ਇੱਕ ਵਾਰੀ। ਠੀਕ ਹੈ ਜੀ, ਮੇਰੇ ਅੱਗੇ ਪਿੱਛੇ ਹੋਣ ਦਾ ਮੇਨ ਕਾਰਨ ਇਹ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਨੋਟਿਸ ਕਰ ਲਿਆ ਕਰੋ। ਜਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਨੋਟ ਕਰਨ ਵਾਲੀ ਜ਼ਰੂਰੀ ਹੈ ਉਹਨੂੰ ਕਰ ਲਿਆ ਕਰੋ, ਕਿਉਂਕਿ ਕਈ ਵਾਰ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਸਿਰਫ ਨੌਲੇਜ ਤੋਂ ਬਾਅਦ ਤੁਹਾਨੂੰ ਕਿਸੇ ਪਾਰਟਿਕੂਲਰ ਸਟੇਟਮੈਂਟ ਬਣਾਉਣ ਦੇ ਵਿੱਚ ਹੈਲਪ ਕਰਦੀਆਂ। ਠੀਕ ਹੈ, ਸੋ ਅਸੀਂ ਪੜ੍ਹਿਆ ਕਿ ਇਲੈਕਟ੍ਰਿਕ ਕਰੰਟ ਕੀ ਆ। ਇਲੈਕਟ੍ਰਿਕ ਕਰੰਟ ਹੈਗਾ ਫਲੋ ਆਫ ਚਾਰजेस ਇਨ ਅ ਪਾਰਟਿਕੂਲਰ ਡਾਇਰੈਕਸ਼ਨ। ਔਰ ਨਾਲ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਲੈਕਟ੍ਰਿਕ ਕਰੰਟ ਕਿਉਂ ਆ। ਇਲੈਕਟ੍ਰਿਕ ਕਰੰਟ ਇਸ ਕਰਕੇ ਆ ਕਿਉਂਕਿ ਇੱਕ ਪਾਰਟਿਕੂਲਰ ਡਾਇਰੈਕਸ਼ਨ ਦੇ ਵਿੱਚ ਕਰੰਟ ਫਲੋ ਕਰਵਾਉਣ ਵਾਸਤੇ, ਚਾਰਜ ਨੂੰ ਮੂਵ ਕਰਵਾਉਣ ਵਾਸਤੇ ਅਸੀਂ ਉਹਦੇ ਅਗਲ ਬਗਲ ਇੱਕ ਇਲੈਕਟ੍ਰਿਕ ਫੀਲਡ ਦਾ ਨਿਰਮਾਣ ਕਰਦੇ ਹਾਂ ਬਾਈ ਜੁਆਇਨਿੰਗ ਦਾ ਕੰਡਕਟਰ ਵਿਦ wire and attached to the any device which create potential difference। so ਅਗਰ ਇੱਕ ਸਿੰਪਲ ਸਟੇਟਮੈਂਟ 'ਚ ਕਹੀਏ ਕਿ ਅਗਰ ਤੁਹਾਡੇ ਕੋਲ ਕਿਸੇ ਕੰਡਕਟਰ ਦੇ ਨਾਲ ਲਗਾਉਣ ਦੇ ਲਈ ਇੱਕ ਪੋਟੈਂਸ਼ੀਅਲ ਡਿਫਰੈਂਸ ਦੀ ਡਿਵਾਈਸ ਹੈ ਤੇ ਉਹ ਕੰਡਕਟਰ ਆਪਣੇ ਵਿੱਚੋਂ ਕਰੰਟ ਨੂੰ ਪਾਸ ਹੋਣ ਦੇਗਾ, ਚਾਰਜ ਉਹਦੇ 'ਚੋਂ ਟਰੈਵਲ ਕਰੇਗਾ ਔਰ ਕਿਸੇ ਇੱਕ ਪਾਰਟਿਕੂਲਰ ਕ੍ਰੋਸ ਸੈਕਸ਼ਨਲ ਏਰੀਆ 'ਚੋਂ ਕਿੰਨੇ ਇਲੈਕਟ੍ਰੋਨਸ ਜਾਂ ਕਹਿ ਲਓ ਕਿੰਨਾ ਚਾਰਜ ਉਸ ਏਰੀਆ 'ਚੋਂ ਪਾਸ ਕਰਦਾ ਪਿਆ ਇੱਕ ਪਾਰਟਿਕੂਲਰ ਟਾਈਮ ਦੇ ਵਿੱਚ, ਉਹੀ ਡੈਫੀਨੇਸ਼ਨ ਬਣੇਗੀ ਇਲੈਕਟ੍ਰਿਕ ਕਰੰਟ ਦੀ। ਠੀਕ, ਲੌਜਿਕ ਤੁਹਾਨੂੰ ਮੈਂ ਦੱਸ ਦਿੱਤਾ। ਅੱਜ ਦਾ ਸਟਾਰਟ ਸੀ, ਇਸ ਕਰਕੇ ਆਪਾਂ ਜ਼ਿਆਦਾ ਟਿਪੀਕਲ ਜ਼ੋਨ 'ਚ ਜਾਣਾ ਨਹੀਂ ਸੀ, ਆਪਾਂ ਸਿੰਪਲੀਫਾਈਡ ਤਰੀਕੇ ਨਾਲ ਹੀ ਇਹਨੂੰ ਕੰਪਲੀਟ ਕਰਨਾ ਸੀ। ਅੱਗੇ ਯੂਨਿਟ ਕੋਈ ਜ਼ਿਆਦਾ ਟਿਪੀਕਲ ਨਹੀਂ ਆ, ਪਰ ਯੂਨਿਟ 'ਚ ਕਾਫੀ ਇਹੋ ਜਿਹੀਆਂ ਚੀਜ਼ਾਂ ਵਾ ਜਿਨ੍ਹਾਂ ਤੇ ਆਪਾਂ ਡਿਸਕਸ ਕਰਕੇ ਇਹਦੇ 'ਚ ਜ਼ਿਆਦਾ ਅੱਗੇ ਵੱਧ ਸਕਦੇ ਹਾਂ। ਅੱਜ ਦਾ ਟੌਪਿਕ ਇੱਥੋਂ ਤੱਕ ਹੀ ਰੱਖਦੇ ਹਾਂ। ਹੋਪ ਸੋ ਤੁਹਾਨੂੰ ਮੇਰੀ ਇਹਨਾਂ ਗੱਲਾਂ ਦੀ ਸਮਝ ਆ ਗਈ ਹੋਏਗੀ ਔਰ ਵਧੀਆ ਚੱਲ ਗਿਆ ਹੋਏਗਾ ਪਤਾ। ਬੇਟਾ ਦੇਖੋ, ਇੱਕ ਬੜੀ ਹੀ ਸਿੰਪਲ ਜੀ ਥਿਊਰੀ ਆ ਸਟੱਡੀ ਨੂੰ ਲੈ ਕੇ, ਔਰ ਉਹ ਥਿਊਰੀ ਇਹ ਕਹਿੰਦੀ ਆ ਕਿ ਲਗਾਤਾਰ ਰੂਟੀਨ ਦੇ ਵਿੱਚ ਜੋ ਕੰਮ ਕੀਤੇ ਜਾਂਦੇ ਆ ਉਹ ਕਿਸੇ ਵੀ ਚੀਜ਼ ਦੀ ਮਹਾਰਤ ਹਾਸਿਲ ਕਰਨ 'ਚ ਜ਼ਿਆਦਾ
ਕੰਮ ਆਉਂਦੇ ਆ ਐਜ਼ ਕੰਪੇਅਰ ਟੂ ਅਗਰ ਤੁਸੀਂ ਕੰਮ ਨੂੰ ਵੰਡ ਕੇ ਅਲੱਗ-ਅਲੱਗ ਟਾਈਮ ਦੇ ਉੱਤੇ ਬਿਨਾਂ ਕਿਸੇ ਪੈਟਰਨ ਦੇ ਨਾਲ ਕਰਦੇ ਹੋ। ਕੋਈ ਵੀ ਕੰਮ ਲਗਾ ਲਓ, ਅਗਰ ਇੱਕ ਖਿਲਾੜੀ ਹੈ ਔਰ ਉਹ ਆਪਣੀ ਗੇਮ ਦੇ ਵਿੱਚ ਬਹੁਤ ਅੱਛਾ ਖੇਲਣਾ ਚਾਹੁੰਦਾ ਤੇ ਕਿਆ ਉਹ ਕਦੀ-ਕਦੀ ਖੇਲੇ ਤੇ ਵਧੀਆ ਖੇਲੇਗਾ ਕਿ ਰੋਜ਼ ਖੇਲੇ ਔਰ ਕੌਂਸਟੈਂਟ ਤਰੀਕੇ ਨਾਲ ਖੇਲੇ। ਅਗਰ ਇੱਕ ਬਲਵਾਨ ਜਿਹਨੂੰ ਅਸੀਂ ਬੋਲਦੇ ਹਾਂ, ਕੋਈ ਕਿਸੇ ਨੇ ਜਿਮ ਜੁਆਇਨ ਕੀਤਾ, ਅਗਰ ਉਹ ਆਪਣੇ ਸਰੀਰ ਨੂੰ ਬਣਾਉਣਾ ਚਾਹੁੰਦਾ ਤੇ ਕਿਆ ਉਹ ਇੱਕ ਦਿਨ ਦੇ ਵਿੱਚ ਸਰੀਰ ਬਣਾ ਲਏਗਾ ਜਾਂ ਹਫਤੇ 'ਚ ਕਦੀ-ਕਦੀ ਜਾਂ ਮਹੀਨੇ 'ਚ ਕਦੀ-ਕਦੀ ਕਰਕੇ। ਉਹਨੂੰ ਇੱਕ ਰੂਟੀਨ ਦੇਣਾ ਪਏਗਾ। ਉਸੇ ਤਰ੍ਹਾਂ ਹੀ ਪੜ੍ਹਾਈ ਹੈ, ਉਸੇ ਤਰ੍ਹਾਂ ਹੀ ਸਾਡਾ ਦਿਮਾਗ ਆ। ਈਵਨ ਮੈਂ ਆਪਣੇ ਤੇ ਹੀ ਇਹ ਗੱਲ ਲਾਗੂ ਕਰਦਾ, ਅਗਰ ਮੈਂ ਲਗਾਤਾਰ ਤੁਹਾਨੂੰ ਲੈਕਚਰਸ ਦੇਵਾਂਗਾ ਤੇ ਮੇਰੇ ਬੋਲਣ ਦੀ ਕਲਾ ਅੱਛੀ ਹੋਏਗੀ, ਮੈਨੂੰ ਪੜ੍ਹਾਉਣਾ ਵਧੀਆ ਲੱਗੇਗਾ, ਤੁਸੀਂ ਉਸਨੂੰ ਈਜ਼ੀਲੀ ਸਮਝੋਗੇ ਔਰ ਮੇਰੇ ਬੋਲਣ ਦੇ ਵਿੱਚ ਕੋਈ ਵੀ ਵੇਰੀਏਸ਼ਨ ਨਹੀਂ ਹੋਏਗਾ। ਸਾਊਂਡ ਦੀ ਇੱਕ ਬਹੁਤ ਅੱਛੀ ਕੁਆਲਿਟੀ ਤੁਹਾਡੇ ਸਾਹਮਣੇ ਆਏਗੀ। ਕੋਸ਼ਿਸ਼ ਤੇ ਹੀ ਕਰਦਾ ਪਿਆ ਮੈਂ ਆਪਣੇ ਵੱਲੋਂ ਸਭ ਕੁਝ ਠੀਕ ਕਰਨ ਦੀ। ਸੋ ਜ਼ਿਆਦਾ ਗਿਆਨ ਨਾ ਵੰਡਦੇ, ਅੱਜ ਲਈ ਇੰਨਾ ਹੀ ਬਹੁਤ ਹੈ। ਮੋਰਲ ਆਫ ਦਾ ਸਟੋਰੀ ਇਹ ਵਾ ਕਿ ਲਗਾਤਾਰ ਲੈਕਚਰਸ ਨਾਲ ਜੁੜੇ ਰਹੋ। ਅਗਰ ਮੇਰੇ ਲੈਕਚਰਸ ਠੀਕ ਲੱਗਦੇ ਆ ਤੇ ਇਹਨੂੰ ਲਾਈਕ ਕਰ ਦਿਆ ਕਰੋ। ਆਪਣੇ ਦੋਸਤਾਂ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪਰੈਡ ਕਰੋ। ਜਿਨ੍ਹਾਂ ਦੇ ਲੌਜਿਕਸ, ਜਿਨ੍ਹਾਂ ਦੇ ਫੰਡਾਮੈਂਟਲਸ ਕਲੀਅਰ ਨੇ, ਉਹ ਮੇਰੇ ਲੈਕਚਰਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਨਗੇ, ਇਸ ਤਰ੍ਹਾਂ ਮੈਨੂੰ ਲੱਗਦਾ। ਠੀਕ ਹੈ ਜੀ, ਚਲੋ ਠੀਕ ਹੈ ਜੀ, ਧਿਆਨ ਰੱਖਿਓ ਆਪਣਾ ਔਰ ਆਪਣੇ ਪਰਿਵਾਰ ਦਾ। ਹੈਵ ਅ ਨਾਈਸ ਡੇ।